मैं मुलाजम हाँ बट आई एम नॉट ऑथराइज टू गिव यू रिप्लाई। ਤੁਸੀਂ ਹੁਣ ਆ ਮੇਰੇ ਮੋਹਰੇ ਕਰਕੇ ਕਰੀ ਜਾਂਦੇ ਰਿਕਾਰਡ, ਉਹਦਾ ਕੋਈ ਫਾਇਦਾ ਕਹਿੰਦੇ ਵੀ ਅਸੀਂ ਅੰਦਰ ਆਉਣਾ ਮਨਾ ਵਾ ਤੇ ਅਸੀਂ ਜੋ ਰਿਪਲਾਈ ਦੇਣੀ ਸੀ ਦੇਤੀ, ਬਾਕੀ ਤੁਸੀਂ ਹੁਣ ਅੰਦਰ ਨਾ ਆਇਓ ਸਰ। ਰਣਜੀਤ ਐਵਨਿਊ ਬੀ ਬਲਾਕ ਦੀ ਸੀ ਸਰ। ਮੇਰੇ ਧਿਆਨ 'ਚ ਨਹੀਂ ਆਇਆ ਕਿਉਂਕਿ ਸਾਡੇ ਪ੍ਰੋਟੋਕੋਲ ਮੁਤਾਬਕ ਸੈਨੀਟਾਈਜ਼ ਹੋਣਾ ਬਣਦਾ ਹੈਗਾ। ਜਿਹੜੇ ਪੋਜ਼ਿਟਿਵ ਆਏ ਸੀ ਉਹਨਾਂ ਦੇ ਕੰਟੈਕਟ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕੁਆਰੰਟਾਈਨ ਅਜੇ ਤੱਕ ਨਹੀਂ ਕੀਤਾ ਗਿਆ ਸਰ। ਫਿਲਹਾਲ ਇਹਦੀ ਨੌਲੇਜ ਮੇਰੇ ਤੱਕ ਨਹੀਂ ਹੈਗੀ ਕਿ ਇਸ ਤਰ੍ਹਾਂ ਬੈਂਕ ਦੇ 'ਚ ਇਸ ਤਰ੍ਹਾਂ ਕੀਤਾ ਗਿਆ, ਇਹ ਹੋਣਾ ਬਣਦਾ ਹੈਗਾ। ਤਾਂ ਮੈਂ ਇਹਦੇ ਬਾਰੇ ਵੈਰੀਫਾਈ ਕਰਕੇ ਇਹਦੇ 'ਤੇ ਐਕਸ਼ਨ ਲਾਈਨ ਆਫ ਐਕਸ਼ਨ ਕਰਾਂ। ਕਰੋਨਾ ਵਾਇਰਸ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਤਹਿਤ ਜਦ ਵੀ ਕਿਸੇ ਮਹਿਕਮੇ ਦੇ ਵਿੱਚੋਂ ਕਰੋਨਾ ਪੋਜ਼ਿਟਿਵ ਦੇ ਮਰੀਜ਼ ਆਉਂਦੇ ਨੇ ਤਾਂ ਉਸ ਕਾਰਜਕਾਲ ਨੂੰ ਸੀਜ਼ ਕੀਤਾ ਜਾਂਦਾ ਹੈ ਤੇ ਨਾਲ ਦੇ ਨਾਲ ਹੀ ਉਸ ਕਾਰਜਕਾਲ ਨੂੰ ਸੈਨੀਟਾਈਜ਼ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਤੇ ਅਸੀਂ ਇਸ ਟਾਈਮ ਖੜੇ ਹਾਂ ਰਣਜੀਤ ਐਵਨਿਊ ਬੀ ਬਲਾਕ ਦੇ ਵਿੱਚ, ਤਾਂ ਜਿੱਥੇ ਤੁਹਾਨੂੰ ਤਸਵੀਰਾਂ ਕੁਝ ਦਿਖਾਵਾਂਗੇ ਆਂਧਰਾ ਬੈਂਕ ਦੀਆਂ ਤਸਵੀਰਾਂ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਆਂਧਰਾ ਬੈਂਕ ਔਰ ਯੂਨੀਅਨ ਬੈਂਕ ਔਰ ਕਾਰਪੋਰੇਸ਼ਨ ਬੈਂਕ ਜਿਹੜਾ ਹੈ ਇਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਕਿ ਤੁਹਾਨੂੰ ਦੱਸ ਦਈਏ ਕਿ ਇਸ ਬੈਂਕ ਦੇ ਵਿੱਚੋਂ ਤਕਰੀਬਨ ਦੱਸਿਆ ਜਾ ਰਿਹਾ ਕਿ 7 ਕਰੋਨਾ ਦੇ ਪੋਜ਼ਿਟਿਵ ਜਿਹੜੇ ਮਰੀਜ਼ ਸੀ ਉਹ ਇਸ ਬੈਂਕ ਦੇ ਵਿੱਚੋਂ ਆਏ ਨੇ, ਲੇਕਿਨ ਇਸ ਦੇ ਬਾਵਜੂਦ ਵੀ ਇਸ ਬੈਂਕ ਨੂੰ ਸੈਨੀਟਾਈਜ਼ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਤੇ ਨਾਲ ਦੇ ਨਾਲ ਹੀ ਇਸ ਬੈਂਕ ਨੂੰ ਸੀਜ਼ ਤੱਕ ਨਹੀਂ ਕੀਤਾ ਗਿਆ। ਤਾਂ ਇਹ ਬੜੀ ਵੱਡੀ ਅਣਗਹਿਲੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਪ੍ਰਸ਼ਾਸਨ ਦੀ। ਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਯੂਨੀਅਨ ਔਰ ਆਂਧਰਾ ਬੈਂਕ ਜਿਹੜਾ ਹੈ ਇਸ ਦੇ ਅੰਦਰ 7 ਕਰੋਨਾ ਦੇ ਪੋਜ਼ਿਟਿਵ ਮਰੀਜ਼ ਜਿਹੜੇ ਆਏ ਸਨ, ਜਿਸ ਤੋਂ ਬਾਅਦ ਇਸ ਬੈਂਕ ਨੂੰ ਨਾ ਤਾਂ ਸੈਨੀਟਾਈਜ਼ ਕੀਤਾ ਗਿਆ ਤੇ ਨਾ ਹੀ ਇਸ ਜਿਹੜੇ ਬਾਕੀ ਦੇ ਮੁਲਾਜ਼ਮ ਜਿਹੜੇ ਇਹਨਾਂ ਦੇ ਹੈਗੇ ਨੇ ਉਹਨਾਂ ਨੂੰ ਨਾ ਹੀ ਕੁਆਰੰਟਾਈਨ ਜਿਹੜਾ ਹੈ ਉਹ ਕੀਤਾ ਗਿਆ। ਤੇ ਅਸੀਂ ਬੈਂਕ ਦੇ ਮੈਨੇਜਰ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਵਜ੍ਹਾ ਕੀ ਹੈ ਤੇ ਕਿਉਂ ਇਸ ਬੈਂਕ ਦੇ ਜਿਹੜੇ ਬਾਕੀ ਦੇ ਮੁਲਾਜ਼ਮ ਜਿਹੜੇ ਕਿ ਨੈਗੇटिव आए ने तो उसनू क्यों जड़ा है क्वारंटाइन नहीं किया गया। 7 कोरोना के पॉजिटिव मरीज़ आए हैं, जानकारी मिली है हेल्थ डिपार्टमेंट से। तो अभी तक इस बैंक को ना तो सीज़ किया गया तो ना ही इस बैंक को सैनिटाइज़ किया गया है। आप क्या कहना चाहते हैं? हमारे सिक्योरिटी ऑफिसर बात करेंगे आपसे, ठीक है सर? आप मैनेजर हैं और नहीं, यहाँ रीजनल ऑफिस भी ऑपरेट हो रहा है। बिल्कुल मैं मानता हूँ आपकी बात, लेकिन बैंक में अगर कोरोना पॉजिटिव के जो मरीज़ आते हैं नहीं, आप ब्रांच प्रमाइसिस में सर आप ब्रांच प्रमाइसिस में आप आए जी, एक वो लेना चाहिए ना सिक्योरिटी पर्पज से। तो आप इधर आ जाइए, बाहर आ जाइए। आप 3-4 लोग इकट्ठे हैं, आप आ जाइए, बाहर आ जाइए, हम आपसे बात कर लेते हैं। जस्ट हमने बात करनी है क्या कि, बात करनी है कि अभी तक इस बैंक को जो मुलाजम जो आपके बाकी के मुलाजम हैं, जो आपके बाकी मुलाजम जो हैं वो नेगेटिव हैं, तो उनको क्वारंटाइन तो होना चाहिए। मैं खुद 14-15 दिन पे आया हूँ। आइए 2 मिनट सर, आप प्लीज़ आइए सर आप बात ਮੇਰੀ ਗੱਲ ਸੁਣੋ सर। तुसी आ जाओ 2 मिनट बाहर आ जाओ। देखो ਅਸੀਂ ਗੱਲ ਕਰਨੀ ਹੈ ਐਜ਼ ਅ ਸਿਕਿਉਰਿਟੀ ਪਰਪਸ, ਤੁਸੀਂ ਕਹਿ ਰਹੇ ਹੋ ਤਾਂ ਅਸੀਂ ਬਾਹਰ ਆ ਜਾਂਦੇ ਹਾਂ। ਕਿ ਅੰਦਰ ਵੀਡੀਓ ਨਾ ਬਣਾਓ, ਕੋਈ ਦਿੱਕਤ ਨਹੀਂ ਸਰ, ਤੁਸੀਂ ਸਵਾਲਾਂ ਦੇ ਜਵਾਬ ਦੇ ਦਿਓ ਕਿ ਅਜੇ ਤੱਕ ਜਿਹੜਾ ਹੈ ਆਥੋਰਾਈਜ਼ ਟੂ ਗਿਵ ਯੂ ਰਿਪਲਾਈ। ਤੇ ਜਿਹੜੇ ਆਥੋਰਾਈਜ਼ਡ ਹੈਗੇ ਨੇ ਤੁਸੀਂ ਉਹਨਾਂ ਨੂੰ ਪਲੀਜ਼ ਬੁਲਾ ਸਕਦੇ ਹੋ। ਤੇ ਜਿਹੜੇ ਆਥੋਰਾਈਜ਼ਡ ਹੈਗੇ ਨੇ ਸਰ, ਕਿਉਂਕਿ ਅਸੀਂ ਜਾਣਕਾਰੀ ਲੈਣੀ ਕਿ ਬਾਕੀ ਜਿਹੜੇ ਨੇ ਵਿਭਾਗ ਉਹ ਕੁਆਰੰਟਾਈਨ ਕਰ ਦਿੱਤੇ ਜਾਂਦੇ ਨੇ, ਉਹਨਾਂ ਦੇ ਮੁਲਾਜ਼ਮ ਜਿਹੜੇ ਨੇ ਕੁਆਰੰਟਾइन ਕਰ ਦਿੱਤੇ ਜਾਂਦੇ ਨੇ, ਲੇਕਿਨ ਬੈਂਕ ਤੱਕ ਜਿਹੜਾ ਸੀਜ਼ ਕਰ ਦਿੱਤਾ ਜਾਂਦਾ ਹੈ। ਲੇਕਿਨ ਇਸ ਬੈਂਕ ਨੂੰ ਅਜੇ ਤੱਕ ਨਾ ਤਾਂ ਸੀਜ਼ ਕੀਤਾ ਗਿਆ ਨਾ ਹੀ ਇਹਨੂੰ ਸੈਨੀਟਾਈਜ਼ ਕੀਤਾ ਗਿਆ। 3 ਦਿਨ ਬੰਦ ਰਹੀ ਨਾ, 3 ਦਿਨ ਬੰਦ ਰਹੀ, ਸੈਟਰਡੇ ਸੰਡੇ ਮੰਡੇ 3 ਦਿਨ ਆਫਿਸ ਬੰਦ। ਮੁਲਾਜ਼ਮ ਕੁਆਰੰਟਾइन ਨਹੀਂ ਕੀਤੇ ਗਏ। ਕੁਆਰੰਟਾਈਨ ਹੈ ਨਾ, ਜਿਹੜੇ ਬੰਦੇ ਪੋਜ਼ਿਟਿਵ ਆਏ ਸਾਰਿਆਂ ਦਾ ਟੈਸਟ ਹੋਇਆ, ਜਿਹੜੇ ਪੋਜ਼ਿਟਿਵ ਆਏ ਉਹ ਕੁਆਰੰਟਾਈਨ ਹੈ ਸਰ। ਪੋਜ਼ਿਟਿਵ ਆਈਸੋਲੇਟ ਹੋ ਜਾਂਦੇ ਨੇ ਤਾਂ, ਲੇਕਿਨ ਬਾਕੀ ਜਿਹੜੇ ਨੈਗੇਟਿਵ ਜਿਹੜੇ ਆਏ ਨੇ ਉਹਨਾਂ ਨੂੰ ਕੁਆਰੰਟਾਈਨ ਦਾ ਪ੍ਰੋਸੈਸ ਹੁੰਦਾ ਸਰ। ਮੇਰੀ ਗੱਲ ਸੁਣੋ, ਆਈ ਐਮ ਨੋਟ ਆਥੋਰਾਈਜ਼ ਟੂ ਗਿਵ ਰਿਪਲਾਈ, ਠੀਕ ਹੈ? ਤੁਸੀਂ ਹੁਣ ਆ ਮੇਰੇ ਮੋਹਰੇ ਕਰਕੇ ਕਰੀ ਜਾਂਦੇ ਰਿਕਾਰਡ, ਉਹਦਾ ਕੋਈ ਫਾਇਦਾ? ਸਰ ਤੁਸੀਂ ਮੁਲਾਜ਼ਮ ਨਹੀਂ ਹੋ ਬੈਂਕ ਦੇ, ਤੁਸੀਂ ਮੁਲਾਜ਼ਮ ਹੋ। ਮੈਂ ਮੁਲਾਜ਼ਮ ਹਾਂ ਬਟ ਆਈ ਐਮ ਨੋਟ ਆਥੋਰਾਈਜ਼ ਟੂ ਗਿਵ ਯੂ ਰਿਪਲਾਈ, ਠੀਕ ਹੈ? ਤੁਸੀਂ ਕਹਿ ਰਹੇ ਸਿਕਿਉਰਿਟੀ ਪਰਪਸ ਲਈ ਸਰ, ਤੁਸੀਂ ਕਹਿ ਰਹੇ ਸਿਕਿਉਰਿਟੀ ਪਰਪਸ ਲਈ ਅੰਦਰ ਕੈਮਰਾ ਨਹੀਂ ਜਾ ਸਕਦਾ, ਲੇਕਿਨ ਬਾਹਰ ਤਾਂ ਆ ਸਕਦੇ ਨਹੀਂ ਮੈਨੇਜਰ ਸਾਹਿਬ। ਹਾਂ ਮੈਂ ਉਹਨਾਂ ਨੂੰ ਦੱਸ ਦਿੰਦਾ ਅੰਦਰ, ਉਹਨਾਂ ਨੇ ਗੱਲ ਕਰਨੀ ਤੁਹਾਡੇ ਨਾਲ ਕਰ ਲੈਣਗੇ, ਠੀਕ ਤਾਂ ਹੈ? ਬਿਲਕੁਲ ਅਸੀਂ ਵੇਟ ਕਰਾਂਗੇ ਮੈਨੇਜਰ ਸਾਹਿਬ ਦੀ ਕਿ ਕਦੋਂ ਤੱਕ ਮੈਨੇਜਰ ਸਾਹਿਬ ਜਿਹੜੇ ਨੇ ਉਹ ਬਾਹਰ ਆਉਂਦੇ ਨੇ, ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਅਗਰ ਇਹਨਾਂ ਨੇ ਕਿਹਾ ਹੈ ਕਿ ਸਿਕਿਉਰਿਟੀ ਪਰਪਸ ਲਈ ਅਸੀਂ ਅੰਦਰ ਕੈਮਰਾ ਜਿਹੜਾ ਉਹ ਨਹੀਂ ਚਲਾ ਸਕਦੇ ਤਾਂ ਅਸੀਂ ਇਹਨਾਂ ਦੀ ਬਿਲਕੁਲ ਮੰਨਦੇ ਹਾਂ, ਲੇਕਿਨ ਦੇਖਦੇ ਹਾਂ ਕਿ ਮੈਨੇਜਰ ਸਾਹਿਬ ਹੁਣ ਕਦ ਤੱਕ ਜਿਹੜੇ ਹੈ ਬਾਹਰ ਆਉਂਦੇ ਆ। ਤਾਂ ਅਸੀਂ ਬੈਂਕ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਕਰੋਨਾ ਪੋਜ਼ਿਟਿਵ ਜਿਹੜੇ ਆਏ ਨੇ ਤਾਂ ਜਿਹੜੇ ਨੈਗੇਟਿਵ ਆਏ ਨੇ ਉਹਨਾਂ ਨੂੰ ਅਜੇ ਤੱਕ ਕੁਆਰੰਟਾਈਨ ਨਹੀਂ ਕੀਤਾ ਗਿਆ ਤੇ ਨਾਲ ਦੇ ਨਾਲ ਹੀ ਬੈਂਕ ਜਿਹੜਾ ਹੈ ਉਸ ਨੂੰ ਸੀਜ਼ ਨਹੀਂ ਕੀਤਾ ਗਿਆ। ਤਾਂ ਮੁਲਾਜ਼ਮ ਤੁਹਾਨੂੰ ਦਿਖਾਏ ਨੇ ਕਿ ਅੰਦਰ ਅਜੇ ਵੀ ਜਿਹੜੇ ਕੰਮ ਕਰ ਰਹੇ ਨੇ। ਤਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਸੀ ਕਿ ਲਗਾਤਾਰ ਅਗਰ ਕਿਸੇ ਵੀ ਵਿਭਾਗ ਦੇ ਅਗਰ ਮੁਲਾਜ਼ਮ ਜਿਹੜੇ ਨੇ ਕਰੋਨਾ ਪੋਜ਼ਿਟਿਵ ਆਉਂਦੇ ਨੇ ਤਾਂ ਜਿਹੜੇ ਨੈਗੇਟਿਵ ਹੋਣਗੇ ਉਹਨਾਂ ਨੂੰ ਕੁਆਰੰਟਾਈਨ ਜ਼ਰੂਰ ਕੀਤਾ ਜਾਏਗਾ ਤੇ ਨਾਲ ਦੇ ਨਾਲ ਹੀ ਜਿਹੜਾ ਕਾਰਜਕਾਲ ਹੋਏਗਾ ਉਸ ਨੂੰ ਸੈਨੀਟਾਈਜ਼ ਜਿਹੜਾ ਹੈ ਜ਼ਰੂਰ ਕੀਤਾ ਜਾਏਗਾ। ਤੇ ਅਜੇ ਤੱਕ ਜਿਹੜੇ ਮੈਨੇਜਰ ਸਾਹਿਬ ਨੇ ਉਹ
ਬਾਹਰ ਨਹੀਂ ਆਏ ਤਾਂ ਵੇਟ ਕਰਾਂਗੇ। ਕਹਿੰਦੇ ਵੀ ਅਸੀਂ ਅੰਦਰ ਆਉਣਾ ਮਨਾ ਵਾ ਅਸੀਂ ਜੋ ਰਿਪਲਾਈ ਦੇਣੀ ਸੀ ਦੇਤੀ ਬਾਕੀ ਤੁਸੀਂ ਹੁਣ ਅੰਦਰ ਨਾ ਆਇਓ ਸਰ ਠੀਕ ਹੈ। ਹਲੋ ਉਹਨਾਂ ਨੇ ਕਿਹਾ ਕਿ ਜੋ ਰਿਪਲਾਈ ਸਰ ਤੁਸੀਂ ਦੇਣਾ ਆਹ ਉਹਨਾਂ ਨੇ ਦੇ ਦਿੱਤਾ ਜੀ। ਦੋ ਜੋ ਜਵਾਬ ਦੇਣਾ ਸੀ ਨਾ ਦੇਤਾ ਠੀਕ ਹੈ ਉਹ ਬਾਹਰ ਨਹੀਂ ਆ ਸਕਦੇ। ਹਾਂਜੀ। ਤਾਂ ਬਿਲਕੁਲ ਇਹ ਸਨ ਆਂਧਰਾ ਬੈਂਕ ਔਰ ਯੂਨੀਅਨ ਬੈਂਕ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਵੱਲੋਂ ਦੱਸਿਆ ਗਿਆ ਤਕਰੀਬਨ ਅਸੀਂ ਬਾਹਰ ਨਹੀਂ ਆ ਸਕਦੇ, ਨਾ ਹੀ ਅਸੀਂ ਦੱਸ ਸਕਦੇ ਹਾਂ ਕਿ ਇਹ ਕਿਉਂ ਨਹੀਂ ਕੁਆਰੰਟਾਈਨ ਜਿਹੜੇ ਨੇ ਮੁਲਾਜ਼ਮ ਕੀਤੇ ਗਏ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੇ ਅਥੋਰਾਈਜ਼ ਨਹੀਂ ਹੈਗੇ ਜਵਾਬ ਦੇਣ ਦੇ ਲਈ। ਤਾਂ ਇੱਕ ਵੱਡਾ ਸਵਾਲ ਫਿਰ ਪ੍ਰਸ਼ਾਸਨ ਤੇ ਉੱਠਦਾ ਹੈ ਕਿ ਲਗਾਤਾਰ ਅਗਰ ਆਮ ਜਨਤਾ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਹੈ, ਅਗਰ ਉਹਨਾਂ ਦੇ ਘਰ ਦੇ ਵਿੱਚ ਕੋਈ ਕਰੋਨਾ ਪੋਜ਼ਿਟਿਵ ਆਉਂਦਾ ਤਾਂ ਸਾਰਿਆਂ ਨੂੰ ਆਈਸੋਲੇਟ ਕਰ ਦਿੱਤਾ ਜਾਂਦਾ ਹੈ, ਨਾਲ ਦੇ ਨਾਲ ਹੀ ਜਿਹੜੇ ਨੈਗੇਟਿਵ ਹੁੰਦੇ ਨੇ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਜਾਂਦਾ ਹੈ। ਤਾਂ ਇੱਕ ਵੱਡਾ ਸਵਾਲ ਪ੍ਰਸ਼ਾਸਨ ਤੇ ਉੱਠਦਾ ਹੈ ਕਿ ਲਗਾਤਾਰ ਅਗਰ ਬੈਂਕ ਦੇ ਮੁਲਾਜ਼ਮ ਪੋਜ਼ਿਟਿਵ ਆਉਂਦੇ ਨੇ ਤਾਂ ਜਿਹੜੇ ਮੁਲਾਜ਼ਮ ਨੈਗੇਟਿਵ ਆਉਂਦੇ ਨੇ ਉਹਨਾਂ ਨੂੰ ਬੈਂਕ ਦੇ ਵਿੱਚ ਕੰਮ ਕਰ ਲਈ ਕਿਉਂ ਲਾਇਆ ਗਿਆ ਹੈ, ਉਹਨਾਂ ਨੂੰ ਘਰ ਦੇ ਵਿੱਚ ਕਿਉਂ ਕੁਆਰੰਟਾਈਨ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਤਾਂ ਸਾਡੇ ਨਾਲ ਇਸ ਸਮੇਂ ਸਿਵਲ ਸਰਜਨ ਡਾਕਟਰ ਨਵਦੀਪ ਸਿੰਘ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਕਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਤੇ ਕਿੰਨੀ ਟੈਸਟਿੰਗ ਹੋ ਰਹੀ ਹੈ ਜੀ ਕੰਟੀਨਿਊਟਲੀ ਡੇਲੀ ਦੀ? ਪਿੱਛੇ ਜਿਹੜੇ ਸਾਨੂੰ ਸਟੇਟ ਤੋਂ ਟੈਸਟਿੰਗ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਟਾਰਗੇਟ ਮਿਲੇ ਸੀ, ਸਾਨੂੰ 3400 ਦਾ ਟਾਰਗੇਟ ਮਿਲਿਆ ਹੋਇਆ ਅੰਮ੍ਰਿਤਸਰ ਜ਼ਿਲ੍ਹੇ ਨੂੰ। ਉਹਨੂੰ ਅਸੀਂ ਹਾਸਲ ਕਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ ਕਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਟੀਮਾਂ ਨੂੰ ਮੁੜ ਗਠਿਤ ਵੀ ਕੀਤਾ ਹੈਗਾ, ਜਿਹਦੇ ਤਹਿਤ ਥੋੜ੍ਹਾ ਜਿਹਾ ਉਹਦੇ ਨਾਲ ਸਾਡਾ ਟਾਰਗੇਟ ਜਿਹੜਾ ਅਚੀਵ ਕਰਦੇ ਹਾਂ ਅਸੀਂ ਡੇਲੀ, ਉਹ ਕੱਲ੍ਹ ਸਾਡਾ 2200 ਕ੍ਰੋਸ ਕਰ ਗਿਆ ਸੀ, 2207 ਸੀਗਾ। ਅੱਜ ਸਾਡਾ ਜਿਹੜਾ ਟਾਰਗੇਟ ਹੈ ਥੋੜ੍ਹਾ ਜਿਹਾ ਡਾਊਨ ਆਇਆ ਡਿਊ ਟੂ ਸਮ ਰੀਜ਼ਨਸ। 2077 ਅੱਜ ਸੈਂਪਲ ਸਾਡੇ ਕੀਤੇ ਗਏ ਨੇ, ਲੇਕਿਨ ਅਸੀਂ ਹੋਰ ਸਟ੍ਰੈਟਜੀ ਬਣਾ ਰਹੇ ਹਾਂ ਜਿਹਦੇ ਕਰਕੇ ਸਾਡਾ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਲਗਾਤਾਰ ਰਹੇਗੀ। ਤਾਂ ਕਿੰਨੇ ਸਰ ਸੈਂਟਰ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਟੋਟਲ ਬਣੇ ਹੋਏ ਨੇ ਜਿੱਥੇ ਕਿ ਕੋਵਿਡ ਦੇ ਟੈਸਟ ਜਿਹੜੇ ਨੇ ਉਹ ਕੀਤੇ ਜਾਂਦੇ? ਸਾਡੇ 68 ਸੈਂਟਰਸ ਜ਼ਿਲ੍ਹੇ 'ਚ ਬਣੇ ਹੋਏ ਨੇ। ਅਸੀਂ ਮੁੜ ਗਠਿਤ ਕੀਤੇ ਸੀਗੇ, ਪਹਿਲਾਂ ਘੱਟ ਸੀਗੇ, ਉਹਦੇ ਕਰਕੇ ਹੀ ਸਾਡਾ ਉੱਥੇ ਅਸੀਂ ਟੀਮਾਂ ਵੀ ਜ਼ਿਆਦਾ ਵਧਾਈਆਂ ਨੇ, ਜਿਹੜੀਆਂ ਸੈਂਪਲਿੰਗ ਟੀਮਸ ਹੈ, ਜਿਹਦੇ ਕਰਕੇ ਸਾਡੇ ਰਿਜ਼ਲਟ ਥੋੜ੍ਹੇ ਇੰਪਰੂਵ ਕੀਤੇ ਨੇ। ਬਟ ਹਜੇ ਬੜੀਆਂ ਥਾਵਾਂ ਨੇ ਜਿਨ੍ਹਾਂ ਦੀ ਟੀਮਾਂ ਤੇ ਅਸੀਂ ਗਠਿਤ ਕਰ ਦਿੱਤੀਆਂ, ਸੈਂਟਰਸ ਵੀ ਅਸੀਂ ਬਣਾ ਦਿੱਤੇ, ਉਹਦੀ ਐਕਟੀਵਿਟੀ ਹਜੇ ਸਲੋਲੀ ਅੱਗੇ ਆ ਰਹੀ ਹੈ। ਤਾਂ ਬਿਲਕੁਲ ਸਰ, ਜਿਸ ਤਰ੍ਹਾਂ ਕਿ ਕਿਸੇ ਵਿਭਾਗ ਦੇ ਵਿੱਚੋਂ ਅਗਰ ਕਰੋਨਾ ਪੋਜ਼ਿਟਿਵ ਦੇ ਜਿਹੜੇ ਮਰੀਜ਼ ਨਹੀਂ ਹੁੰਦੇ ਨੇ ਤਾਂ ਕੀ ਉਸ ਨੂੰ ਸੈਨੀਟਾਈਜ਼ ਕੀਤਾ ਜਾਂਦਾ ਸਰ ਵਿਭਾਗ ਨੂੰ? ਇਹ ਤੇ ਐਜ਼ ਪਰ ਪ੍ਰੋਟੋਕੋਲ ਸੈਨੀਟਾਈਜ਼ ਕਰਨਾ ਤਾਂ ਜ਼ਰੂਰੀ ਬਣਦਾ ਹੈਗਾ। ਕਈ ਵਾਰੀ ਕੋਈ ਵਿਭਾਗ ਦਾ ਜਾਂ ਕੋਈ ਅਦਾਰੇ ਦਾ ਇਲਾਕਾ ਜਿੱਥੇ ਕਿ ਪੋਜ਼ਿਟਿਵ ਆਉਂਦਾ ਉਹ ਮੇਨ ਅਦਾਰੇ ਤੋਂ ਵੱਖਰਾ ਹੀ ਹੁੰਦਾ ਉਸੇ ਯੂਨਿਟ ਦਾ ਹੀ ਹੈ, ਉੱਥੇ ਫਿਰ ਸਾਰਿਆਂ ਨੂੰ ਲੋੜ ਨਹੀਂ ਪੈਂਦੀ। ਜਦੋਂ ਵੱਖਰਾ ਐਗਜ਼ਿਟ ਵੱਖਰਾ ਐਂਟਰੀ ਪੁਆਇੰਟ ਹੋਵੇ ਫਿਰ ਉਸੇ ਲਿਮਟਿਡ ਸਪੇਸ ਨੂੰ ਅਸੀਂ ਕਰਵਾਉਂਦੇ ਹੈਗੇ ਜਾਂ ਉਹਦੇ ਆਲੇ ਦੁਆਲੇ ਬਿਲਕੁਲ ਕਲੋਜ਼ ਪ੍ਰੋਕਸੀਮਿਟੀ 'ਚ ਜਿਹੜੇ ਹੁੰਦੇ ਉਹਨਾਂ ਨੂੰ ਕਰਵਾਉਂਦੇ ਹੈਗੇ। ਸਰ, ਅਗਰ ਵਿਭਾਗ ਦੇ ਜਿਹੜੇ ਕਰਮਚਾਰੀ ਹੁੰਦੇ ਨੇ ਉਹ ਪੋਜ਼ਿਟਿਵ ਹੁੰਦੇ ਨੇ ਤਾਂ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਹੁੰਦੇ ਨੇ ਜੇ ਨੈਗੇਟਿਵ ਹੁੰਦੇ ਨੇ ਤਾਂ ਕੀ ਕੁਆਰੰਟਾਈਨ ਦਾ ਜਿਹੜਾ ਪ੍ਰੋਸੈਸ ਅਜੇ ਵੀ ਚਾਲੂ ਹੈ? ਹਾਂ, ਕੁਛ ਦੇਰ ਵਾਸਤੇ ਅਸੀਂ ਜ਼ਰੂਰ ਉਹਨਾਂ ਨੂੰ ਕੁਆਰੰਟਾਈਨ ਦੀ ਗੱਲ ਕਰਦੇ, ਪਰ ਲੇਕਿਨ ਕਿਉਂਕਿ ਜਦੋਂ ਵਰਕਫੋਰਸ ਬਹੁਤ ਹਾਈ ਰਿਸਕ ਕੰਟੈਕਟਸ ਨੇ, ਜਿਹੜੇ ਬੜੇ ਕਲੋਜ਼ ਕੰਟੈਕਟਸ ਨੇ, ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਤੇ ਜ਼ਰੂਰ ਰੱਖਿਆ ਜਾਂਦਾ ਹੈ ਕਿ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਅੱਜ ਤੁਸੀਂ ਕੰਟੈਕਟ ਉਹਦਾ ਪੋਜ਼ਿਟਿਵ ਟੈਸਟ ਕਰਾਇਆ ਤੇ ਉਹ ਨੈਗੇਟਿਵ ਆਇਆ ਤੇ ਉਹ ਜ਼ਰੂਰ ਹੀ ਨੈਗੇਟਿਵ ਹੀ ਰਹੇਗਾ। ਕਈ ਵਾਰੀ ਉਹ ਫਸਟ ਡੇ ਕੰਟੈਕਟ ਹੁੰਦਾ ਹੈਗਾ ਜਾਂ ਉਹਨਾਂ ਦੀ ਹਜੇ ਉਹ ਸਿੰਪਟਮਟੋਲੋਜੀ ਨਹੀਂ ਆਈ ਹੁੰਦੀ, ਉਹਦੇ 'ਚੋਂ ਬੈਕਟੀਰੀਅਲ ਲੋਡ ਵਾਇਰਲ ਲੋਡ ਨਹੀਂ ਬਣਿਆ ਹੁੰਦਾ, ਜਿਹਦੇ ਕਰਕੇ ਉਹ ਪੋਜ਼ਿਟਿਵ ਨਹੀਂ ਨਿਕਲਦਾ। ਲੇਕਿਨ ਉਹਨਾਂ ਨੂੰ ਅੰਡਰ ਵਾਚ ਰੱਖਣਾ ਪੈਂਦਾ। ਅਸੀਂ ਰਿਪੀਟ ਸੈਂਪਲਸ ਆਫਟਰ 5 or 6 ਡੇਜ਼ ਵੀ ਅਸੀਂ ਕਰਵਾਉਣ ਦੀ ਅਸੀਂ ਤਜਵੀਜ਼ ਰੱਖਦੇ ਹਾਂ ਔਰ ਕਰਵਾ ਵੀ ਰਹੇ ਹਾਂ। ਕਿੰਨਾ ਕੁ ਸਰ ਸਮਾਂ ਜਿਹੜਾ ਹੈ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾ ਸਕਦਾ ਹੈ ਸਰ? ਕੁਆਰੰਟਾਈਨ ਜਿਹੜਾ ਹੈਗਾ 1 ਵੀਕ ਤੱਕ ਰੱਖਿਆ ਜਾ ਸਕਦਾ ਹੈਗਾ, ਤਾਂ ਕਿ ਜੇ ਉਹਦੇ 'ਚ ਸਿੰਪਟਮਟੋਲੋਜੀ ਆਵੇ ਤੇ ਫਿਰ ਅਸੀਂ ਉਹਨੂੰ ਰੀਟੈਸਟਿੰਗ ਅਸੀਂ ਉਹਨਾਂ ਦੀ ਕਰ ਸਕੀਏ। ਸਰ, ਇੱਕ ਸਵਾਲ ਅਹਿਮ ਹੈ ਕਿ ਰਣਜੀਤ ਐਵਨਿਊ B ਬਲਾਕ ਦੇ ਵਿੱਚ ਸਰ ਇੱਕ ਬੈਂਕ ਜਿਹੜਾ ਕਿ ਆਂਧਰਾ ਬੈਂਕ ਔਰ ਯੂਨੀਅਨ ਬੈਂਕ ਮਰਜ ਬੈਂਕ ਹੈ, ਸੋ ਉਹਦੇ ਵਿੱਚੋਂ ਸਰ ਪੋਜ਼ਿਟਿਵ ਕੇਸਿਸ ਆਏ ਸੀ ਤਾਂ ਉਸ ਬੈਂਕ ਨੂੰ ਸੈਨੀਟਾਈਜ਼ ਨਹੀਂ ਸੀ ਕੀਤਾ ਗਿਆ। ਸਰ, ਵੱਡੀ ਅਣਗਹਿਲੀ ਜਿਹੜੀ ਉਹ ਸਾਹਮਣੇ ਆਈ ਸੀ ਇਸ ਦੇ ਵਿੱਚ। ਸਰ, ਰਣਜੀਤ ਐਵਨਿਊ B ਬਲਾਕ ਦੀ ਸੀ ਸਰ। ਮੇਰੇ ਧਿਆਨ 'ਚ ਨਹੀਂ ਆਇਆ ਕਿਉਂਕਿ ਸਾਡੇ ਪ੍ਰੋਟੋਕੋਲ ਮੁਤਾਬਕ ਸੈਨੀਟਾਈਜ਼ ਹੋਣਾ ਬਣਦਾ ਹੈਗਾ।
ਸੈਨੀਟਾਈਜ਼ ਜ਼ਰੂਰ ਹੋਏਗਾ ਕਿ ਸ਼ਾਇਦ ਮੇਰੇ ਖਿਆਲ ਇਹਦੀ ਇਨਫੋਰਮੇਸ਼ਨ ਮੇਰੇ ਤੱਕ ਅਜੇ ਤੱਕ ਨਹੀਂ ਪਹੁੰਚੀ ਵੈਸੇ ਸਰ ਉਹਨਾਂ ਦੇ ਕਰਮਚਾਰੀ ਜਿਹੜੇ ਨੇ ਅਜੇ ਵੀ ਬਿਲਕੁਲ ਕੰਮ ਉਸੇ ਤਰੀਕੇ ਦੇ ਨਾਲ ਹੀ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਜਿਹੜੇ ਕੰਟੈਕਟ ਪੋਜ਼ਿਟਿਵ ਜਿਹੜੇ ਪੋਜ਼ਿਟਿਵ ਆਏ ਸੀ ਉਹਨਾਂ ਦੇ ਕੰਟੈਕਟ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕੁਆਰੰਟਾਈਨ ਅਜੇ ਤੱਕ ਨਹੀਂ ਕੀਤਾ ਗਿਆ ਸਰ। ਫਿਲਹਾਲ ਇਹਦੀ ਨੌਲੇਜ ਮੇਰੇ ਤੱਕ ਨਹੀਂ ਹੈਗੀ ਕਿ ਇਸ ਤਰ੍ਹਾਂ ਬੈਂਕ ਦੇ 'ਚ ਇਸ ਤਰ੍ਹਾਂ ਕੀਤਾ ਗਿਆ। ਇਹ ਹੋਣਾ ਬਣਦਾ ਹੈਗਾ। ਆਈ ਵਿਲ ਲੁੱਕ ਇਨਟੂ ਇਟ ਕਿ ਵਾਟ ਇਜ਼ ਦਾ ਪ੍ਰੋਬਲਮ। ਤਾਂ ਕਿ ਆਮ ਜਨਤਾ ਨੂੰ ਸਰ ਕੀ ਸੰਦੇਸ਼ ਦਿਓਗੇ, ਕਿਉਂਕਿ ਲਗਾਤਾਰ ਕੇਸਿਸ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ ਤਾਂ ਜਨਤਾ ਅਜੇ ਵੀ ਜਿਹੜੀ ਹੈ ਉਹ ਅਵੇਅਰ ਨਹੀਂ ਹੈ। ਤਾਂ ਅਸੀਂ ਕਈ ਵਾਰ ਦੇਖਿਆ ਕਿ ਪਿੰਡਾਂ ਦੇ ਵਿੱਚ ਲਗਾਤਾਰ ਅਵੋਇਡ ਕੀਤਾ ਜਾ ਰਿਹਾ ਟੈਸਟਿੰਗ ਨੂੰ ਲੈ ਕੇ। ਇਹ ਜਿਹੜੀ ਕਾਮਨ ਪ੍ਰਵਿਰਤੀ ਸਾਡੇ ਸਮਾਜ ਵਿੱਚ ਪੁਰਾਣੀ ਚੱਲ ਰਹੀ ਹੈ, ਅਸੀਂ ਅੱਗੇ ਵੀ ਇੱਕੋ ਗੱਲ ਦੇ ਉੱਤੇ ਤਰਜੀਹ ਦੇ ਰਹੇ ਹਾਂ ਕਿ ਆਪਣਾ ਵੱਧ ਤੋਂ ਵੱਧ ਆ ਕੇ ਸੈਂਪਲਿੰਗ ਕਰਵਾਈਏ। ਇਸ ਚੀਜ਼ ਨੂੰ ਅਸੀਂ ਅਣਗਹਿਲਿਆ ਨਾ ਕਰੀਏ, ਘੋਲ ਨਾ ਕਰੀਏ, ਸ਼ਰਮ ਮਹਿਸੂਸ ਨਾ ਕਰੀਏ ਸੈਂਪਲਿੰਗ ਦੀ। ਜੇ ਪੋਜ਼ੀਟਿਵ ਆ ਜਾਂਦਾ ਤਾਂ ਘਬਰਾਈਏ ਨਾ ਕਿ ਸਾਡੇ 'ਤੇ ਇੱਕ ਬੜਾ ਵੱਡਾ ਕੋਈ ਇਲਜ਼ਾਮ ਲੱਗ ਗਿਆ ਹੈਗਾ, ਕੋਈ ਅਸੀਂ ਕ੍ਰਿਮੀਨਲ ਨਹੀਂ ਬਣ ਗਏ। ਲੋਕਾਂ ਦੇ ਤਾਨਿਆਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਕਿਉਂਕਿ ਛੂਤ ਵਾਲੀਆਂ ਬਿਮਾਰੀਆਂ ਕਿਸੇ ਨੂੰ ਵੀ ਹੋ ਸਕਦੀਆਂ, ਇਹ 'ਚ ਕੋਈ ਲਾਂਭਾ ਨਹੀਂ ਹੈਗਾ। ਪਰ ਅਸੀਂ ਆਪਣੇ ਆਪ ਨੂੰ ਘੁੱਟਣ 'ਚ ਮਹਿਸੂਸ ਕਰਦੇ ਹੋਏ, ਅਸੀਂ ਸ਼ਰਮ ਮਹਿਸੂਸ ਕਰਦੇ ਹੋਏ ਲੋਕੀ ਕੀ ਕਹਿਣਗੇ, ਤੇ ਅਸੀਂ ਡਰ ਕੇ ਅਸੀਂ ਸਗੋਂ ਬਾਹਰ ਆਉਣ ਦੀ ਬਜਾਏ, ਆਪਣਾ ਇਲਾਜ ਕਰਾਉਣ ਦੀ ਬਜਾਏ ਅਸੀਂ ਲੁਕਣ ਦੀ ਕੋਸ਼ਿਸ਼ ਕਰਦੇ ਹਾਂ, ਸਹਿਮ ਦੀ ਕੋਸ਼ਿਸ਼ ਕਰਨਾ। ਇਹਦਾ ਮਸਲਾ ਹੱਲ ਨਹੀਂ ਹੋਣਾ। ਸੋ ਗੱਲਾਂ ਸਰ ਅਫਵਾਹਾਂ ਵੀ ਕਾਫੀ ਫੈਲ ਰਹੀਆਂ ਨੇ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਜਾ ਰਿਹਾ ਕਿ ਸਰੀਰਕ ਅੰਗ ਕੱਢ ਲਿੱਤੇ ਜਾਂਦੇ ਨੇ। ਇਸ ਤਰੀਕੇ ਦੀਆਂ ਅਫਵਾਹਾਂ ਕਰਕੇ ਜਿਹੜੇ ਲੋਕ ਨੇ ਉਹ ਅਵੇਅਰ ਨਹੀਂ ਹੋ ਰਹੇ। ਇਹ ਕੋਈ ਨਵੀਆਂ ਗੱਲਾਂ ਨਹੀਂ। ਸਾਡਾ ਸਮਾਜ ਹੀ ਇਸ ਤਰੀਕੇ ਦੀ ਪ੍ਰਵਿਰਤੀ ਨੂੰ ਜ਼ਿਆਦਾ ਹੌਸਲਾ ਅਫਜ਼ਾਈ ਕਰਦਾ ਹੈ। ਪੁੱਠੀਆਂ ਗੱਲਾਂ ਨੂੰ ਜ਼ਿਆਦਾ ਛੇਤੀ ਲੋਕੀ ਕੈਚ ਕਰਦੇ। ਅੱਜ ਤੁਸੀਂ ਇੱਕ ਨੇਕ ਗੱਲ ਕਰਨ ਦੀ ਕੋਸ਼ਿਸ਼ ਕਰੋ, ਲੋਕੀ ਮੂੰਹ ਪਰਾਂ ਕਰ ਲੈਂਦੇ ਨੇ। ਸਾਡੇ ਸਮਾਜ ਦੀ ਪ੍ਰਵਿਰਤੀ ਇਹੋ ਜਿਹੀ ਹੈ। ਸੋ ਇਹਦੇ ਕਰਕੇ ਇਹ ਜਿਹੜੀਆਂ ਅਫਵਾਹਾਂ ਨੂੰ ਬੜੀ ਤਰਜੀਹ ਦਿੰਦੇ ਨੇ ਔਰ ਉਹਦੇ 'ਚ ਹਾਸਾ, ਮਜ਼ਾਕ, ਕੋਈ ਖੁਸ਼ ਰਹਿਣ ਦਾ ਕੋਈ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਕਿ ਜਿਹੜਾ ਇਹ ਇੱਕ ਸਿੱਖ ਮਾਈਂਡਸੈਟ ਦੀ ਨਿਸ਼ਾਨੀ ਹੈ। ਪੋਜ਼ੀਟਿਵਿਟੀ ਤਾਂ ਹੀ ਪੈਦਾ ਹੁੰਦੀ ਹੈ ਜੇ ਅਸੀਂ ਹਮੇਸ਼ਾ ਉਸਾਰੂ ਗੱਲਾਂ ਦੀ ਗੱਲ ਕਰੀਏ, ਦੁੱਖ ਨੂੰ ਦੁੱਖ ਮੰਨ ਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ, ਨਾ ਕਿ ਉਹਦੀ ਖੇਲੀ ਉਡਾਈਏ। ਇਹ ਸਾਡੇ ਸਮਾਜ ਦੀ ਬੜੀ ਵੱਡੀ ਇਹ ਕਮਜ਼ੋਰੀ ਹੈ। ਉਹਦਾ ਨੁਕਸਾਨ ਸਾਡੇ ਸਮਾਜ ਨੂੰ ਬੜੀ ਬੁਰੀ ਤਰ੍ਹਾਂ ਹੋ ਰਿਹਾ, ਜਿਹਦੇ ਕੇਸਿਸ ਵਧਣ ਦਾ ਕਾਰਨ ਹੀ ਇਹੋ ਹੀ ਹੈ। ਤਾਂ ਬਿਲਕੁਲ ਸਰ, ਤੁਸੀਂ ਬੈਂਕ ਦੇ ਕਰਮਚਾਰੀਆਂ ਦੀ ਗੱਲ ਬਿਲਕੁਲ ਕੀਤੀ ਹੈ ਕਿ ਕੀ ਉਹਨਾਂ ਨੂੰ ਪੁੱਛਿਆ ਜਾਏਗਾ ਸਰ, ਕੀ ਉਹਨਾਂ 'ਤੇ ਕੋਈ ਐਕਸ਼ਨ ਲਿੱਤਾ ਜਾਏਗਾ ਸਰ? ਕਿਉਂਕਿ ਇਹ ਤੁਸੀਂ ਮੇਰੇ ਧਿਆਨ 'ਚ ਜੇ ਪਹਿਲਾਂ ਲੈ ਆਉਂਦੇ ਤਾਂ ਸ਼ਾਇਦ ਜ਼ਿਆਦਾ ਐਕਟੀਵਿਟੀ। ਤੁਸੀਂ ਮੇਰੇ ਨਾਲ ਬੜਾ ਦੇਰ ਦੀ ਗੱਲ ਕਰ ਰਹੇ ਹੋ। ਸੋ ਪਤਾ ਨਹੀਂ ਕਿਉਂ ਤੁਸੀਂ ਵੀ ਕਿਉਂ ਲੇਟ ਕਰ ਦਿੱਤਾ। ਮੈਂ ਉੱਥੇ ਰਿਸਰਚ ਕਰਤਾ, ਮੈਂ ਇਹਦੇ ਬਾਰੇ ਵੈਰੀਫਾਈ ਕਰਕੇ ਇਹਦੇ 'ਤੇ ਐਕਸ਼ਨ, ਲਾਈਨ ਆਫ ਐਕਸ਼ਨ ਕਰਾਂਗਾ। ਤਾਂ ਬਿਲਕੁਲ ਇਹ ਸਨ ਸਿਵਲ ਸਰਜਨ ਡਾਕਟਰ ਨਵਦੀਪ ਸਿੰਘ, ਜਿਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਜਿਹੜੇ ਬੈਂਕ ਦੇ ਕਰਮਚਾਰੀ ਨੇ ਜਿਹੜੇ ਕਿ ਪੋਜ਼ਿਟਿਵ ਨੇ, ਜਿਹੜੇ ਉਹਨਾਂ ਦੇ ਕੰਟੈਕਟ ਦੇ ਵਿੱਚ ਆਏ ਨੇ, ਅਗਰ ਉਹ ਬੈਂਕ ਸੈਨੀਟਾਈਜ਼ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਤਾਂ ਉਹਨਾਂ ਦੇ ਉੱਤੇ ਬਿਲਕੁਲ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਕੈਮਰਾ ਪਰਸਨ ਮਨੋਜ ਭਗਤ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।